ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਦ ਪੰਜਾਬ ਟਾਕਸ ਅਤੇ ਇਸ ਵੇਲੇ ਤੁਹਾਡੇ ਲਈ ਪੇਸ਼ ਕਰਨ ਲੱਗੇ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਅਤੇ ਇਸ ਵਿਸ਼ੇਸ਼ ਰਿਪੋਰਟ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਅੰਕ ਵਿੱਚ ਆਪਾਂ ਗੱਲ ਉਸ ਮੁੱਦੇ ਬਾਰੇ ਕਰਾਂਗੇ ਜੋ ਦੇਸ਼ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਫਰੀडम ਆਫ ਐਕਸਪ੍ਰੈਸ਼ਨ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜ਼ਾਦੀ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਚਰਚਾ ਦਾ ਵਿਸ਼ਾ ਇਉਂ ਬਣਿਆ ਕਿ ਅੰਤਰਰਾਸ਼ਟਰੀ ਮੀਡੀਆ ਅਦਾਰੇ BBC, ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ BBC ਦੇ ਭਾਰਤ ਵਿਚਲੇ ਦਫ਼ਤਰਾਂ ਉੱਪਰ ਛਾਪੇਮਾਰੀ ਹੋਈ ਹੈ। ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਉਸ ਛਾਪੇਮਾਰੀ ਨੂੰ ਲੈ ਕੇ ਕਾਫੀ ਵਿਵਾਦ ਉੱਠ ਰਿਹਾ ਹੈ, ਕਾਫੀ ਰੌਲਾ ਪੈ ਰਿਹਾ ਹੈ ਇਸ ਮੁੱਦੇ ਬਾਰੇ ਅਤੇ ਇਸੇ ਲਈ ਆਪਾਂ ਇਸ ਮੁੱਦੇ ਨੂੰ ਅੱਜ ਚਰਚਾ ਵਿੱਚ ਲਿਆ ਰਹੇ ਹਾਂ। ਇਹ ਜੋ ਛਾਪੇਮਾਰੀ ਹੋਈ ਹੈ ਇਹਦੇ ਵੱਖ-ਵੱਖ ਪਹਿਲੂ ਨੇ, ਉਹਨਾਂ ਸਾਰਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਇਸੇ ਸਪੈਸ਼ਲ ਰਿਪੋਰਟ ਦੇ ਅੰਕ ਵਿੱਚ। ਸੋ ਬਹੁਤ ਜ਼ਰੂਰੀ ਜਾਣਕਾਰੀ ਹੈ ਤੁਹਾਡੇ ਸਾਰਿਆਂ ਲਈ, ਜਾਣਨ ਵਾਲੀ, ਸਮਝਣ ਵਾਲੀ, ਅਤੇ ਇਸ ਲਈ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜ਼ਰੂਰ ਜੁੜੇ ਰਹੋ, ਸੰਪੂਰਨ ਸਮੇਂ ਤੱਕ ਜੁੜੇ ਰਹੋ, ਮੁਕੰਮਲ ਸਮੇਂ ਤੱਕ ਜੁੜੇ ਰਹੋ ਤਾਂ ਕਿ ਇਹ ਗੱਲਬਾਤ ਜਿਹੜੀ ਆ ਤੁਹਾਨੂੰ ਹਰ ਪਹਿਲੂ ਤੋਂ ਸਮਝ ਆ ਸਕੇ। ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ, ਇਸ ਗੱਲਬਾਤ ਨੂੰ ਖੁਦ ਵੇਖਣ ਦੇ ਨਾਲ ਨਾਲ ਹੋਰਨਾਂ ਦੇ ਨਾਲ ਵੀ ਸਾਂਝਾ ਕਰਦੇ ਜਾਇਓ ਅਤੇ ਇਸ ਪ੍ਰੋਗਰਾਮ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਗੱਲਬਾਤ ਅਤੇ ਜਾਣਕਾਰੀ ਪਹੁੰਚ ਸਕੇ। ਇਸ ਦੇ ਨਾਲ ਨਾਲ ਇਸ ਵਿਸ਼ੇ ਬਾਰੇ ਤੁਸੀਂ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ? ਜ਼ਰੂਰ ਤੁਹਾਡੇ ਮਨ 'ਚ ਵੀ ਕੋਈ ਨਾ ਕੋਈ ਇਸ ਸੰਬੰਧੀ ਜਾਣਕਾਰੀ ਜਾਂ ਵਿਚਾਰ ਹੋਣਗੇ, ਉਹਨਾਂ ਨੂੰ ਵੀ ਜ਼ਰੂਰ ਸਾਂਝੇ ਕਰਿਓ। ਸਾਡੇ ਫੇਸਬੁੱਕ ਪੇਜ ਉੱਤੇ ਇਸ ਪ੍ਰੋਗਰਾਮ ਦੇ ਹੇਠਾਂ ਤੁਸੀਂ ਕਮੈਂਟਸ ਦੇ ਜ਼ਰੀਏ ਆਪਣੀ ਰਾਏ ਲਿਖ ਕੇ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਅੱਜ ਦੀ ਇਸ ਅੰਕ ਵਿੱਚ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਅਤੇ ਗੱਲਬਾਤ ਦਾ ਜਦੋਂ ਆਪਾਂ ਆਗਾਜ਼ ਕਰਦੇ ਹਾਂ ਤਾਂ ਇਹ ਚੀਜ਼ ਪਤਾ ਲੱਗਦੀ ਹੈ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਭਾਰਤ ਵਿੱਚ BBC ਦੇ ਦਫ਼ਤਰਾਂ ਉੱਤੇ 2 ਥਾਈਂ ਵੱਡੀ ਛਾਪੇਮਾਰੀ ਹੋਈ ਹੈ ਅਤੇ ਇਹ ਛਾਪੇਮਾਰੀ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਵੱਲੋਂ। ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਇਹ ਛਾਪੇਮਾਰੀ ਕੀਤੀ ਗਈ। ਬਹੁਤ ਵੱਡੇ ਪੱਧਰ ਉੱਤੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਇਹ ਛਾਪੇਮਾਰੀ ਦੀ ਪ੍ਰਕਿਰਿਆ ਜਿਹੜੀ ਆ ਉਹ ਕੀਤੀ ਗਈ ਹੈ। ਹੁਣ ਇਸ ਛਾਪੇਮਾਰੀ ਦੀ ਖਬਰ ਆਉਣ ਤੋਂ ਬਾਅਦ ਇਹਦੇ ਸੰਬੰਧੀ ਚਰਚਾ ਹੋਣੀ ਸੁਭਾਵਕ ਸੀ। ਕਾਫੀ ਥਾਵਾਂ ਉੱਤੇ ਜੰਗਲ ਦੀ ਅੱਗ ਵਾਂਗ ਇਹ ਖਬਰ ਫੈਲ ਗਈ, ਭਾਰਤ ਦੇਸ਼ ਵਿੱਚ ਵੀ, ਦੇਸ਼ ਦੇ ਕੋਨੇ-ਕੋਨੇ ਵਿੱਚ ਵੀ ਅਤੇ ਦੁਨੀਆ ਪੱਧਰ ਉੱਤੇ ਵੀ। ਦੁਨੀਆ ਪੱਧਰ ਉੱਤੇ ਕਿਉਂ ਅਤੇ ਕਿਵੇਂ, ਹਾਲਾਂਕਿ ਇਹ ਸੁਭਾਵਕ ਜਿਹੀ ਗੱਲ ਹੈ, ਪਰ ਫਿਰ ਵੀ ਆਪਾਂ ਇਹਦੀ ਤਫਸੀਲ ਵੱਲ ਵੀ ਜਾਵਾਂਗੇ ਥੋੜ੍ਹਾ ਅੱਗੇ ਜਾ ਕੇ। ਪਰ ਪਹਿਲਾਂ ਇਹ ਵੇਖ ਲਈਏ ਕਿ ਸਾਡੇ ਦੇਸ਼ ਵਿੱਚ ਇਸ ਛਾਪੇਮਾਰੀ ਨੂੰ ਲੈ ਕੇ ਕੀ ਗੱਲਾਂ ਸਾਹਮਣੇ ਆ ਰਹੀਆਂ ਨੇ। ਹੁਣ ਜਦੋਂ BBC ਦੇ ਉੱਪਰ ਛਾਪੇਮਾਰੀ ਹੋਈ ਹੈ ਤਾਂ ਕੇਂਦਰ ਸਰਕਾਰ ਵੱਲੋਂ ਨਾਲੋਂ ਨਾਲ ਬਿਆਨ ਆਇਆ ਅਤੇ ਇਨਕਮ ਟੈਕਸ ਵਿਭਾਗ ਦੀ ਇਸ ਕਾਰਵਾਈ ਸੰਬੰਧੀ ਪਹਿਲੀ ਗੱਲ ਇਹ ਸਾਹਮਣੇ ਆਈ ਕਿ ਇਨਕਮ ਟੈਕਸ ਵਿੱਚ ਕੁਝ ਧਾਂਦਲੀਆਂ ਦੀ ਜਾਂਚ ਲਈ ਇਹ ਛਾਪੇਮਾਰੀ ਦਾ ਕੰਮ ਹੋਇਆ ਅਤੇ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਇਹ ਕਾਰਵਾਈ ਜਿਹੜੀ ਆ ਉਹ ਕੀਤੀ ਗਈ ਹੈ। ਹੁਣ ਇਸ ਕਾਰਵਾਈ ਨੂੰ ਜੇ ਆਪਾਂ ਧਿਆਨ ਨਾਲ ਵੇਖੀਏ ਤਾਂ ਇਨਕਮ ਟੈਕਸ ਵਿਭਾਗ ਵੱਲੋਂ ਅਕਸਰ ਛਾਪੇਮਾਰੀ ਹੁੰਦੀ ਹੈ, ਬਹੁਤ ਥਾਵਾਂ 'ਤੇ ਹੁੰਦੀ ਹੈ, ਕਾਰੋਬਾਰੀਆਂ ਦੇ ਖਿਲਾਫ ਵੀ ਹੁੰਦੀ ਹੈ। ਬਹੁਤ ਸਾਰੇ ਹੋਰ ਲੋਕ ਜਿਨ੍ਹਾਂ ਬਾਰੇ ਵੀ ਇਹ ਰਿਪੋਰਟ ਆਉਂਦੀ ਹੈ ਕਿ ਉਹਨਾਂ ਨੇ ਇਨਕਮ ਟੈਕਸ ਸੰਬੰਧੀ ਕੋਈ ਹੇਰ ਫੇਰ ਕੀਤਾ ਜਾਂ ਕੁਝ ਇਹੋ ਜਿਹੀ ਕਾਰਵਾਈ ਕੀਤੀ ਹੁੰਦੀ ਹੈ ਜਾਂ ਕੋਈ ਸ਼ੱਕ ਜਾਂ ਸੰਭਾਵਨਾ ਜਾਂ ਸ਼ਿਕਾਇਤ ਆਉਂਦੀ ਹੈ ਤਾਂ ਵੀ ਇਹ ਕਾਰਵਾਈ ਕੀਤੀ ਜਾਂਦੀ ਹੈ। ਸੋ ਇਨਕਮ ਟੈਕਸ ਦੀ ਛਾਪੇਮਾਰੀ ਕੋਈ ਨਵੀਂ ਚੀਜ਼ ਨਹੀਂ ਅਤੇ ਇਹ ਅੱਗੇ ਪਿੱਛੇ ਵੀ ਹੁੰਦੀ ਹੋਈ ਆਪਾਂ ਸਾਫ਼ ਵੇਖਦੇ ਰਹੇ ਹਾਂ। ਪਰ ਇਹ ਜਿਹੜੀ ਹੁਣ ਛਾਪੇਮਾਰੀ ਹੋਈ ਹੈ BBC ਦੇ ਉੱਪਰ, BBC ਦੇ ਦਫ਼ਤਰਾਂ ਉੱਪਰ, ਇਸ ਦੀ ਟਾਈਮਿੰਗ ਜਿਹੜੀ ਹੈ, ਜਿਹੜਾ ਸਮਾਂ ਹੈ, ਉਹ ਹੁਣ ਇਹੋ ਸਮਾਂ ਹੋਣ ਕਰਕੇ, ਆਹ ਦਿਨ ਹੋਣ ਕਰਕੇ ਤਾਂ ਜ਼ਿਆਦਾ ਚਰਚਾ ਹੋ ਰਹੀ ਹੈ। ਤੁਹਾਨੂੰ ਯਾਦ ਹੀ ਹੋਣਾ ਕਿ ਪਿਛਲੇ ਦਿਨੀ BBC ਵੱਲੋਂ ਸਾਲ 2002 ਦੇ ਗੁਜਰਾਤ ਦੰਗਿਆਂ
ਅਤੇ ਉਹਨਾਂ ਦਿਨਾਂ ਦੌਰਾਨ ਹੋਈਆਂ ਫਿਰਕੂ ਘਟਨਾਵਾਂ, ਫਿਰਕੂ ਹਿੰਸਾ ਨੂੰ ਲੈ ਕੇ ਇੱਕ ਡਾਕੂਮੈਂਟਰੀ ਦਸਤਾਵੇਜ਼ੀ ਤਿਆਰ ਕੀਤੀ ਗਈ ਸੀ। ਉਸ ਦਸਤਾਵੇਜ਼ੀ ਦੇ ਆਉਣ ਤੋਂ ਬਾਅਦ ਤੂਫਾਨ ਜਿਹਾ ਆ ਗਿਆ ਸੀ, ਵਾਵ ਰੋਲੇ ਉੱਠ ਰਹੇ ਸੀ, ਬਹੁਤ ਆਲੋਚਨਾ ਵੀ ਹੋਈ। ਕੇਂਦਰ ਸਰਕਾਰ ਵੱਲੋਂ, ਸੱਤਾਧਾਰੀ ਧਿਰ ਵੱਲੋਂ BBC ਉੱਪਰ ਇਲਜ਼ਾਮ ਲੱਗੇ ਕਿ ਜਾਣ ਬੁੱਝ ਕੇ ਦੇਸ਼ ਦੇ ਸਿਆਸੀ ਆਗੂਆਂ ਦਾ ਅਕਸ ਖਰਾਬ ਕਰਨ ਲਈ ਤੇ ਬਿਨਾਂ ਤੱਥਾਂ ਦੀ ਸਹੀ ਢੰਗ ਨਾਲ ਪੜਤਾਲ ਕੀਤਿਆਂ ਇਹ ਦਸਤਾਵੇਜ਼ੀ ਬਣਾਈ ਗਈ, ਪੇਸ਼ ਕੀਤੀ ਗਈ। ਇਸ ਗੱਲ ਦੇ ਇਲਜ਼ਾਮ ਲੱਗੇ ਸੀ। ਹਾਲਾਂਕਿ BBC ਵੱਲੋਂ ਉਦੋਂ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਬਿਲਕੁਲ ਫੈਕਟ ਅਤੇ ਤੱਥਾਂ ਦੇ ਆਧਾਰ ਉੱਤੇ ਇਹ ਦਸਤਾਵੇਜ਼ੀ ਫਿਲਮ ਬਣਾਈ ਸੀ। ਦੋਹਾਂ ਧਿਰਾਂ ਦੇ ਬਿਆਨ ਆਉਂਦੇ ਰਹੇ, ਪਰ ਉਸ ਦਸਤਾਵੇਜ਼ੀ ਫਿਲਮ ਨੂੰ ਲੈ ਕੇ ਵਿਵਾਦ ਚੱਲਦਾ ਰਿਹਾ। ਲਗਾਤਾਰ ਉਹਦੇ ਉੱਪਰ ਰੌਲਾ ਪੈਂਦਾ ਰਿਹਾ ਤੇ ਰੌਲਾ ਪਿਆ ਵੀ ਕਾਫੀ ਜ਼ਿਆਦਾ। ਉਸ ਰੌਲੇ ਦੀ ਚਰਚਾ ਵੀ ਇੱਦਾਂ ਹੀ ਕੌਮਾਂਤਰੀ ਪੱਧਰ ਉੱਤੇ ਹੋਈ ਤੇ ਉਸ ਦਸਤਾਵੇਜ਼ੀ ਫਿਲਮ ਨੂੰ ਲੈ ਕੇ ਪਾਬੰਦੀ ਵੀ ਲੱਗੀ, ਰੋਕਾਂ ਵੀ ਲੱਗੀਆਂ। ਇਸ ਦੇ ਬਾਵਜੂਦ ਦੇਸ਼ ਦੇ ਕਈ ਹਿੱਸਿਆਂ ਵਿੱਚ, ਕਈ ਅਦਾਰਿਆਂ ਵਿੱਚ ਉਹ ਦਸਤਾਵੇਜ਼ੀ ਚੱਲਦੀ ਹੋਣ ਜਾਂ ਵਿਖਾਈ ਜਾਣ ਦੀਆਂ ਵੀ ਰਿਪੋਰਟਾਂ ਸਾਹਮਣੇ ਆਈਆਂ। ਉਸੇ ਦਸਤਾਵੇਜ਼ੀ ਨੂੰ ਲੈ ਕੇ ਕੁਝ ਗ੍ਰਿਫਤਾਰੀਆਂ ਵੀ ਹੋਈਆਂ। ਵਿਰੋਧੀ ਪਾਰਟੀਆਂ ਨੇ ਸੁਭਾਵਕ ਤੌਰ 'ਤੇ ਸਵਾਲ ਉਠਾਉਣੇ ਸੀ, ਉਹਨਾਂ ਨੇ ਸਵਾਲ ਵੀ ਉਠਾਏ। ਸੋ ਇਹ ਜਿਹੜਾ ਮੁੱਦਾ ਸੀ ਦਸਤਾਵੇਜ਼ੀ ਫਿਲਮ ਵਾਲਾ, ਤੁਹਾਨੂੰ ਇਹ ਚੀਜ਼ ਇਸ ਲੜੀ ਰਾਹੀਂ ਸਮਝ ਆ ਗਈ ਹੋਵੇਗੀ, ਘਟਨਾਕ੍ਰਮ ਕਿਵੇਂ ਹੁੰਦੇ ਉਹਦੇ ਰਾਹੀਂ ਸਮਝ ਆ ਗਈ ਹੋਵੇਗੀ ਕਿ ਬਹੁਤ ਇੱਕ ਵਿਵਾਦਿਤ ਵਿਸ਼ਾ ਬਣਿਆ, ਕਾਫੀ ਵਿਵਾਦ ਦਾ ਕਾਰਨ ਬਣਿਆ ਤੇ ਕੇਂਦਰ ਸਰਕਾਰ ਤੇ BBC ਜਾਂ ਸਰਕਾਰੀ ਧਿਰ ਅਤੇ BBC ਆਮੋ ਸਾਹਮਣੇ ਖੜੇ ਨਜ਼ਰ ਆਉਂਦੇ ਸੀ ਪਿਛਲੇ ਸਮੇਂ ਦੌਰਾਨ। ਕੁਝ ਹਫ਼ਤਿਆਂ ਪਹਿਲਾਂ ਦੀ ਗੱਲ ਹੀ ਹੈ। ਤੇ ਹੁਣ ਉਸ ਤੋਂ ਬਾਅਦ BBC ਦੇ ਦਫ਼ਤਰਾਂ ਉੱਪਰ ਛਾਪੇਮਾਰੀ ਹੁੰਦੀ ਹੈ। ਕਾਫੀ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਸਮੇਤ ਛਾਪੇਮਾਰੀ ਹੁੰਦੀ ਹੈ, ਅਚਨਚੇਤ ਹੁੰਦੀ ਹੈ। ਛਾਪੇਮਾਰੀ ਆਮ ਤੌਰ 'ਤੇ ਅਚਨਚੇਤ ਹੀ ਹੁੰਦੀ ਹੈ, ਪਰ ਆਹ ਜਿਹੜੀ ਛਾਪੇਮਾਰੀ ਹੋਈ ਹੈ ਇਹਦੀ ਕਿਉਂਕਿ ਦੁਨੀਆ ਪੱਧਰ ਉੱਤੇ ਚਰਚਾ ਹੋ ਰਹੀ ਹੈ, ਇਸ ਕਰਕੇ ਇਹਦਾ ਕੋਈ ਸੰਕੇਤ ਪਹਿਲਾਂ ਨਜ਼ਰ ਨਾ ਆਉਣਾ ਜਾਂ ਨਾ ਆ ਸਕਣਾ, ਇਹ ਵੀ ਕੌਮਾਂਤਰੀ ਪੱਧਰ ਉੱਤੇ ਇੱਕ ਚਰਚਾ ਦਾ ਵਿਸ਼ਾ ਬਣਿਆ। ਇਸੇ ਕਰਕੇ ਇਸ ਮੁੱਦੇ ਉੱਤੇ ਰੌਲਾ ਪੈ ਰਿਹਾ ਕਿਉਂਕਿ ਪਿਛਲੇ ਦਿਨੀ BBC ਚਰਚਾ ਵਿੱਚ ਸੀ ਤੇ ਹੁਣ ਇੱਕ ਵਾਰ ਫੇਰ ਚਰਚਾ ਵਿੱਚ ਆ ਤੇ ਇਸੇ ਕਰਕੇ ਇਸ ਮੁੱਦੇ ਉੱਤੇ ਸਵਾਲ ਉੱਠ ਰਹੇ ਨੇ, ਰੌਲਾ ਪੈ ਰਿਹਾ ਤੇ ਵਿਵਾਦ ਵੀ ਹੋਇਆ। ਹੁਣ ਜਦੋਂ ਵਿਵਾਦ ਹੁੰਦਾ ਹੈ ਤਾਂ ਕਾਫੀ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਇਨਕਮ ਟੈਕਸ ਵਿਭਾਗ ਵੱਲੋਂ ਤੁਹਾਨੂੰ ਫਿਰ ਦੱਸ ਦਈਏ, ਉਹਨਾਂ ਵੱਲੋਂ ਕਿਹਾ ਗਿਆ ਕਿ ਇਨਕਮ ਟੈਕਸ ਨਾਲ ਰਿਲੇਟਡ ਕੁਝ ਨਾਲ ਜੁੜਦੇ ਕੁਝ ਮਸਲਿਆਂ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ। ਜਿਵੇਂ ਕਿ ਆਮ ਤੌਰ 'ਤੇ ਛਾਪੇਮਾਰੀ ਦਾ ਸਾਹਮਣਾ ਕਰਨ ਵਾਲੀ ਧਿਰ ਕਹਿੰਦੀ ਹੈ, ਠੀਕ ਉੱਦਾਂ ਹੀ BBC ਦਾ ਵੀ ਬਿਆਨ ਆਇਆ ਕਿ ਉਹਨਾਂ ਦੀ ਜਿਹੜੀ ਭਾਰਤ ਇਕਾਈ ਹੈ ਜਿਨ੍ਹਾਂ ਦੇ ਉੱਪਰ ਛਾਪੇਮਾਰੀ ਹੋਈ ਹੈ, ਉਹਨਾਂ ਦਾ ਅਧਿਕਾਰਤ ਬਿਆਨ ਇਹੀ ਹੈ ਕਿ ਉਹਨਾਂ ਵੱਲੋਂ ਇਸ ਪੂਰੇ ਕੰਮ ਵਿੱਚ ਸਹਿਯੋਗ ਦਿੱਤਾ ਗਿਆ। ਉਹਨਾਂ ਨੇ ਕੋਈ ਖਲਲ, ਵਿਘਨ ਜਾਂ ਰੁਕਾਵਟ ਨਹੀਂ ਪਾਈ, ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਤੇ ਕਾਰਵਾਈ ਚੱਲਣ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਕਈ ਅਹਿਮ ਦਸਤਾਵੇਜ਼, ਕੁਝ ਇਲੈਕਟ੍ਰੋਨਿਕ ਡਿਵਾਈਸ ਅਤੇ ਕੁਝ ਹੋਰ ਉਪਕਰਨ ਅਤੇ ਲੈਪਟਾਪ ਵਗੈਰਾ ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ। ਕੁਝ ਚੀਜ਼ਾਂ ਕਬਜ਼ੇ ਵਿੱਚ ਵੀ ਲਈਆਂ, ਜ਼ਬਤ ਕੀਤੀਆਂ ਗਈਆਂ ਨੇ। ਸੋ ਇਹ ਸਾਰਾ ਕੁਝ ਇਸ ਛਾਪੇਮਾਰੀ ਦੀ ਘਟਨਾ ਤੋਂ ਬਾਅਦ ਸਾਹਮਣੇ ਆ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਗੂੰਜ ਪਈ ਹੈ ਦੇਸ਼ ਦੇ ਕੋਨੇ-ਕੋਨੇ ਵਿੱਚ, ਮੀਡੀਆ ਵਿੱਚ ਵੀ, ਸਿਆਸਤ ਵਿੱਚ ਵੀ ਅਤੇ ਸਮਾਜਿਕ ਮਾਹੌਲ ਵਿੱਚ ਵੀ। ਦੇਸ਼ ਦੇ ਕੋਨੇ-ਕੋਨੇ ਵਿੱਚ ਇਹਦੀ ਚਰਚਾ ਹੋਈ, ਖਾਸ ਤੌਰ 'ਤੇ ਸਿਆਸੀ ਪਾਰਟੀਆਂ ਲਈ। ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਬਿਆਨ ਆਉਂਦਾ ਹੈ ਕਿ ਇਨਕਮ ਟੈਕਸ ਵਿਭਾਗ ਆਪਣੇ ਤੌਰ 'ਤੇ ਕੰਮ ਕਰ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਧਿਰ ਦਾ ਨਹੀਂ, ਇਹ ਇਨਕਮ ਟੈਕਸ ਵਿਭਾਗ ਦਾ ਕੰਮ ਆ, ਜੋ ਆਪਣੇ ਆਪ ਵਿੱਚ ਇੱਕ ਸਮਰੱਥ ਵਿਭਾਗ ਆ, ਉਹ ਕਾਰਵਾਈ ਕਰ ਰਿਹਾ ਹੈ ਤੇ ਉਹਨੂੰ ਉਹਦਾ ਕੰਮ ਕਰਨ ਦਿੱਤਾ ਜਾਵੇ। ਇਹ ਬਿਆਨ ਆਉਂਦਾ ਹੈ ਕੇਂਦਰ ਸਰਕਾਰ ਦੀ ਤਰਫੋਂ। ਦੂਜੇ ਬੰਨੇ ਸੁਭਾਵਕ ਆ ਕਿ ਕੇਂਦਰ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਇਸ ਮੁੱਦੇ 'ਤੇ ਸਵਾਲ ਪੁੱਛਣਗੀਆਂ, ਸਰਕਾਰ ਦਾ ਘਿਰਾਓ ਕਰਨਗੀਆਂ, ਸਿੱਧੇ ਇਲਜ਼ਾਮ ਇਹ ਲੱਗਣਗੇ
कि क्योंकि सरकार ਦਾ BBC ਦੇ ਨਾਲ ਆਡਾ ਪਿਆ ਹੋਇਆ ਪਿਛਲੇ ਕੁਝ ਸਮੇਂ ਤੋਂ, ਇਸ ਕਰਕੇ ਕਿੜ ਕੱਢੀ ਜਾ ਰਹੀ ਹੈ ਕਥਿਤ ਤੌਰ 'ਤੇ। ਇਹਦੇ ਵੀ ਇਲਜ਼ਾਮ ਲੱਗਣੇ ਨੇ। ਕਾਂਗਰਸ ਪਾਰਟੀ ਵੱਲੋਂ ਇਹੀ ਇਲਜ਼ਾਮ ਇੱਕ ਤਰੀਕੇ ਨਾਲ ਲਾਏ ਗਏ ਨੇ। ਉਹਨਾਂ ਦਾ ਬਿਆਨ ਜਦੋਂ ਆਉਂਦਾ ਉਹ ਕਹਿੰਦੇ ਨੇ ਕਿ ਵਰਤਿਆ ਜਾ ਰਿਹਾ ਹੈ ਵਿਭਾਗਾਂ ਨੂੰ, ਜੋ ਵਿਰੋਧੀ ਦੀ ਆਵਾਜ਼ ਆ ਉਹਨੂੰ ਦੱਬਣ ਲਈ, ਆਲੋਚਨਾ ਕਰਨ ਵਾਲਿਆਂ ਨੂੰ ਇਸ ਤਰੀਕੇ ਨਾਲ ਦਬਾਇਆ ਜਾ ਰਿਹਾ। ਇਹ ਕਾਂਗਰਸ ਪਾਰਟੀ ਦਾ ਇਲਜ਼ਾਮ ਹੈ। ਇਸੇ ਤਰ੍ਹਾਂ ਜਿਹੜੀ ਐਡੀਟਰਸ ਗਿਲਡ ਭਾਰਤ ਦੀ ਮੀਡੀਆ ਦੀ ਗੱਲ ਕਰਨ ਵਾਲੀ ਜਿਹੜੀ ਵੱਡੀ ਸੰਸਥਾ ਆ, ਉਹ ਵੀ ਪਹਿਲਾਂ ਵੀ ਇਸ ਚੀਜ਼ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੋਇਆ, ਫਿਕਰ ਦਾ ਇਜ਼ਹਾਰ ਕੀਤਾ ਹੋਇਆ, ਅਤੇ ਹੁਣ ਵੀ ਉਹਨਾਂ ਨੇ ਦੁਬਾਰਾ ਇਹਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਕਿ ਜਿਹੜੀ ਮੀਡੀਆ ਅਦਾਰਿਆਂ ਦੀ ਆਪਣੀ ਆਜ਼ਾਦਾਨਾ ਹਸਤੀ ਆ, ਜਾਂ ਉਹਨਾਂ ਵੱਲੋਂ ਪੇਸ਼ ਕੀਤੀ ਜਾਣ ਵਾਲੀ ਸਮੱਗਰੀ ਆ, ਉਹਦੇ ਉੱਪਰ ਵਿਰਾਮ ਨਾ ਲੱਗੇ ਜਾਂ ਉਹਦੇ ਉੱਪਰ ਇੱਕ ਤਰ੍ਹਾਂ ਦਾ ਕੁੰਡਾ ਨਾ ਪਵੇ। ਇਹਦੇ ਲਈ ਉਹਨਾਂ ਨੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ, ਪਹਿਲਾਂ ਵੀ ਕੀਤਾ, ਹੁਣ ਵੀ ਕਰ ਰਹੇ ਨੇ। ਇਸ ਘਟਨਾ ਤੋਂ ਬਾਅਦ ਉਹਨਾਂ ਦਾ ਵੀ ਇਹਦੇ ਸੰਬੰਧੀ ਜੋ ਬਿਆਨ ਆਇਆ ਉਹ ਫਿਕਰਮੰਦੀ ਜੀ ਵਾਲਾ ਬਿਆਨ ਲੱਗਦਾ। ਐਡੀਟਰਸ ਗਿਲਡ ਜੋ ਭਾਰਤ ਵਿੱਚ ਸਥਿਤ ਹੈ, ਉਹਨਾਂ ਦਾ ਜੋ ਬਿਆਨ ਇਹਦੇ ਸੰਬੰਧੀ ਆਉਂਦਾ ਹੈ। ਇਸੇ ਤਰ੍ਹਾਂ ਕੌਮਾਂਤਰੀ ਮੀਡੀਆ ਵਿੱਚ ਵੀ ਇਹਦੀ ਗੂੰਜ ਪਈ ਹੈ। ਉਹ ਇਸ ਕਰਕੇ ਪਈ ਹੈ ਅਤੇ ਇਸ ਕਰਕੇ ਪੈਂਦੀ ਹੋਈ ਵਿਖਾਈ ਦੇ ਰਹੀ ਕਿਉਂਕਿ BBC ਇੱਕ ਅਜਿਹਾ ਮੀਡੀਆ ਅਦਾਰਾ ਆ ਜਿਹੜਾ ਦੁਨੀਆ ਭਰ ਵਿੱਚ ਚੱਲਦਾ ਹੈ। ਦੁਨੀਆ ਦੇ ਤਕਰੀਬਨ ਹਰ ਪ੍ਰਮੁੱਖ ਦੇਸ਼ ਵਿੱਚ BBC ਦੀ ਸਥਾਨਕ ਲੋਕਲ ਯੂਨਿਟ ਮੌਜੂਦ ਆ। BBC ਦੀ ਇੰਡੀਆ ਵਿੱਚ ਵੀ, ਵੱਖ-ਵੱਖ ਭਾਸ਼ਾਵਾਂ ਵਿੱਚ ਵੀ, ਪੰਜਾਬੀ ਵਿੱਚ ਵੀ ਉਹਨਾਂ ਦੀ ਮੀਡੀਆ ਸਰਵਿਸ ਜਿਹੜੀ ਸੇਵਾ ਚੱਲਦੀ ਹੈ। ਇਸੇ ਤਰ੍ਹਾਂ ਦੁਨੀਆ ਦੇ ਸਾਰੇ ਕੋਨਿਆਂ 'ਚ, ਭਾਵੇਂ ਯੂਰਪੀ ਦੇਸ਼ ਹੋਣ, ਅਫਰੀਕਨ ਦੇਸ਼ ਹੋਣ, ਅਰਬ ਦੇਸ਼ ਹੋਣ ਜਾਂ ਏਸ਼ੀਆਈ ਦੇਸ਼ ਹੋਣ, ਸਾਰੇ ਪਾਸੇ BBC ਦੀ ਸੇਵਾ ਚੱਲਦੀ ਹੈ। ਉਹਨਾਂ ਦੀਆਂ ਯੂਨਿਟਾਂ, ਸਥਾਨਕ ਯੂਨਿਟਾਂ ਹਰ ਪਾਸੇ ਦੁਨੀਆ ਦੇ ਕੋਨੇ-ਕੋਨੇ ਵਿੱਚ ਮੌਜੂਦ ਨੇ। ਇਸ ਕਰਕੇ ਵੀ ਇਸ ਮਾਮਲੇ ਦੀ ਗੂੰਜ, ਇਹਦੀਆਂ ਤਾਰਾਂ ਦੂਰ-ਦੂਰ ਤੱਕ ਹਿੱਲੀਆਂ ਨੇ। ਅਮਰੀਕਾ ਦੇ ਨਿਊਯਾਰਕ ਤੱਕ ਵੀ ਇਹਦੀ ਗੱਲਬਾਤ ਸੁਣਾਈ ਦਿੱਤੀ ਹੈ। ਉੱਥੋਂ ਵੀ ਇਸ ਗੱਲ 'ਤੇ ਇੱਕ ਆਵਾਜ਼ ਉੱਠੀ ਹੈ ਕਿ BBC ਦਾ ਕੰਮ ਆਮ ਤੌਰ 'ਤੇ ਦੁਨੀਆ ਪੱਧਰ 'ਤੇ ਕਾਫੀ ਨਿਰਪੱਖ ਅਤੇ ਤੱਥਾਂ ਉੱਤੇ ਆਧਾਰਿਤ ਮੰਨਿਆ ਜਾਂਦਾ ਹੈ। ਪਰ ਭਾਰਤ ਵਿੱਚ ਆ ਕੇ ਇੱਥੇ ਕੁਝ ਵਿਵਾਦ BBC ਦੇ ਨਾਲ ਜੁੜ ਗਿਆ, ਖਾਸ ਕਰ ਪਿਛਲੇ ਦਿਨੀ ਆਈ ਉਸ ਰਿਪੋਰਟ ਬਾਰੇ ਜੋ 2002 ਦੀਆਂ ਘਟਨਾਵਾਂ ਉੱਤੇ ਆਧਾਰਿਤ ਸੀ, ਉਹਨਾਂ ਦੇ ਨਾਲ ਜੁੜਦੀ ਜੋ ਰਿਪੋਰਟ ਸੀ। ਸੋ ਇਸ ਕਰਕੇ ਇਸ ਮੁੱਦੇ 'ਤੇ ਰੌਲਾ ਜਿਹੜਾ ਆ ਉਹ ਪਿਆ ਅਤੇ ਰੌਲਾ ਵੱਧਦਾ ਹੋਇਆ ਵਿਖਾਈ ਦਿੱਤਾ, ਅਤੇ ਹੁਣ ਇਹ ਰੌਲਾ ਤੁਰਦਾ ਇਨਕਮ ਟੈਕਸ ਵਿਭਾਗ ਦੇ ਛਾਪਿਆਂ ਤੱਕ ਪਹੁੰਚ ਗਿਆ। ਇਸੇ ਕਰਕੇ ਛਾਪੇਮਾਰੀ ਦੀ ਗੂੰਜ ਪਈ ਹੈ, ਇਸੇ ਕਰਕੇ ਚਰਚਾ ਹੋਈ ਹੈ, ਇਸੇ ਕਰਕੇ ਇਹ ਪੂਰੀ ਪ੍ਰਕਿਰਿਆ ਜਿਹੜੀ ਇੱਕ ਵਿਵਾਦਿਤ ਪ੍ਰਕਿਰਿਆ ਬਣਦੀ ਹੋਈ ਵਿਖਾਈ ਦੇ ਰਹੀ ਹੈ ਇਸ ਵੇਲੇ। ਅਤੇ ਨਾਲ ਦੀ ਨਾਲ ਫਿਰ ਗੱਲ ਸੁਭਾਵਿਕ ਤੌਰ ਉੱਤੇ ਉੱਠਣੀ ਸੀ ਮੀਡੀਆ ਦੀ ਆਜ਼ਾਦਾਨਾ ਹਸਤੀ ਦੀ ਅਤੇ ਵਿਚਾਰਾਂ ਦੀ ਆਜ਼ਾਦੀ। ਵਿਚਾਰਾਂ ਦੀ ਆਜ਼ਾਦੀ ਕੀ ਹੁੰਦੀ ਹੈ, ਕਿੰਨੀ ਕੁ ਹੋਣੀ ਚਾਹੀਦੀ ਹੈ, ਇਹਦੇ ਵਿੱਚ ਕਿੰਨੀ ਕੁ ਖੁੱਲ੍ਹ ਹੋਣੀ ਚਾਹੀਦੀ ਹੈ, ਕਿੰਨੀ ਕੁ ਨਹੀਂ ਹੋਣੀ ਚਾਹੀਦੀ, ਮੀਡੀਆ ਅਦਾਰੇ ਕਿੰਨੀ ਕੁ ਖੁੱਲ੍ਹ ਵਰਤਣ, ਕਿੰਨੀ ਨਹੀਂ ਵਰਤਣ, ਇਹ ਸਾਰੇ ਸਵਾਲ ਜਿਹੜੇ ਨੇ ਇਹ ਵੀ ਨਾਲੋਂ ਨਾਲ ਉੱਠਣ ਲੱਗਦੇ ਨੇ। ਅਤੇ ਐਤਕੀ ਇਸ ਵਾਰ ਇਸ ਮਸਲੇ ਵਿੱਚ ਇਹ ਸਾਰੇ ਸਵਾਲ ਵੀ ਨਾਲੋਂ ਨਾਲ ਉੱਠ ਰਹੇ ਨੇ। ਹੁਣ ਜਦੋਂ ਵੀ ਗੱਲ ਹੁੰਦੀ ਹੈ ਵਿਚਾਰਾਂ ਦੀ ਆਜ਼ਾਦੀ ਦੀ, ਭਾਵ ਕਿ ਆਪਣੇ ਵਿਚਾਰਾਂ ਦੀ ਪੇਸ਼ਕਾਰੀ ਕਰਨਾ ਜਾਂ ਵਿਚਾਰਾਂ ਦਾ ਪ੍ਰਗਟਾਵਾ ਕਰਨਾ, ਫਰੀडम ਆਫ ਐਕਸਪ੍ਰੈਸ਼ਨ ਜਾਂ ਪ੍ਰੈਜੈਂਟੇਸ਼ਨ ਆਫ ਐਕਸਪ੍ਰੈਸ਼ਨ, ਜਿਹਦੀ ਕਿ ਵਰਤੋਂ ਫਿਲਮਕਾਰਾਂ ਵੱਲੋਂ ਜਾਂ ਮੀਡੀਆ ਅਦਾਰਿਆਂ ਵੱਲੋਂ ਜਾਂ ਕਿਸੇ ਵੀ ਪੇਸ਼ਕਾਰੀ ਵੇਲੇ ਕੀਤੀ ਜਾਂਦੀ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਵਿਚਾਰਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਪਰ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਕਈ ਥਾਵਾਂ ਉੱਤੇ ਵਿਚਾਰਾਂ ਦੀ ਪ੍ਰਗਟਾਵੇ ਦਾ ਮਿਸਯੂਜ਼ ਕਹਿ ਲਓ ਜਾਂ ਦੀ ਗਲਤ ਵਰਤੋਂ ਜਾਂ ਦੁਰਵਰਤੋਂ ਹੋਣ ਦੀਆਂ ਮਿਸਾਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ। ਸੋ ਇਹ ਜਿਹੜਾ ਇੱਕ ਮੁੱਦਾ ਹੈ ਨਾ, ਵਿਚਾਰਾਂ ਦੇ ਆਜ਼ਾਦੀ ਦੀ ਪ੍ਰਗਟਾਵੇ ਦੀ ਜੋ ਗੱਲ ਜਦੋਂ ਹੁੰਦੀ ਹੈ ਤਾਂ ਇਹਦੀ ਦੁਨੀਆ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਹਿਲੂ ਅਤੇ ਨਜ਼ਰੀਏ ਅਤੇ ਮਿਸਾਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਇਹ ਇੱਕ ਅਜਿਹਾ ਮੁੱਦਾ ਹੈ ਜੋ ਗਹਿਰ ਗੰਭੀਰ ਚਿੰਤਨ ਮੰਗਦਾ ਆ। ਇਹਦੇ ਉੱਪਰ ਕਾਫੀ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਲੋੜ ਵੀ ਮਹਿਸੂਸ ਹੁੰਦੀ ਹੈ। ਇਹ ਇੱਕ ਨਾਜ਼ੁਕ ਵਿਸ਼ਾ ਵੀ ਹੈ, ਸੰਵੇਦਨਸ਼ੀਲ ਵੀ ਹੈ, ਜਿਹਦੀ ਚਰਚਾ ਜਦੋਂ ਵੀ ਹੋਣੀ ਹੈ ਤਾਂ ਕਾਫੀ ਗਹਿਰ ਗੰਭੀਰ ਅੰਦਾਜ਼ ਵਿੱਚ ਹੀ ਹੋਣੀ ਬਣਦੀ ਹੈ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ,
ਫਿਲਮਾਂ ਦਾ ਜੇ ਆਪਾਂ ਉਦਾਹਰਨ ਲੈ ਲਈਏ ਤਾਂ ਫਿਲਮਾਂ ਵਿੱਚ ਆਪਾਂ ਕਹਿੰਦੇ ਹਾਂ ਕਿ ਫਿਲਮਕਾਰ ਨੂੰ, ਫਿਲਮ ਬਣਾਉਣ ਵਾਲੇ ਨੂੰ, ਜਦੋਂ ਆਪਾਂ ਹਿੰਦੀ ਫਿਲਮਾਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਕਿ ਉਹਨੂੰ ਆਪਣੀ ਮਰਜ਼ੀ ਦੀ ਕਹਾਣੀ ਪੇਸ਼ ਕਰਨ ਦਾ ਪੂਰਾ ਹੱਕ ਆ ਜਾਂ ਆਪਣਾ ਪ੍ਰਗਟਾਵਾ ਕਰਨ ਦਾ ਹੱਕ ਆ, ਪਰ ਫਿਲਮਾਂ ਵਾਲੇ ਦੀ ਦੁਰਵਰਤੋਂ ਵੀ ਕਰਦੇ ਰਹੇ ਨੇ ਪਿਛਲੇ ਸਮਿਆਂ ਦੌਰਾਨ। ਸਿਰਫ ਇੱਕ ਮਿਸਾਲ ਆ ਕਿ ਜਿਵੇਂ ਫਿਲਮਾਂ ਵਾਲੇ ਕਈ ਫਿਰਕੇ ਦੇ ਲੋਕਾਂ ਦਾ ਜਾਂ ਕਈ ਦੇਸ਼ ਦੇ ਕੁਝ ਲੋਕਾਂ ਦਾ ਅਕਸ ਜਿਵੇਂ ਬਣਾ ਕੇ ਵਿਖਾਉਂਦੇ ਰਹੇ ਨੇ, ਉਸ ਨੂੰ ਲੈ ਕੇ ਵਿਵਾਦ ਉੱਠਦੇ ਰਹੇ ਨੇ। ਸੋ ਕਹਿਣ ਦਾ ਭਾਵ ਸਿਰਫ ਇੰਨਾ ਹੈ ਕਿ ਜਿਹੜੀ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਆ, ਇਹ ਵੀ ਹਰ ਥਾਂ ਬਰਾਬਰ ਲਾਗੂ ਨਹੀਂ ਹੁੰਦੀ। ਕੁਝ ਲੋਕ ਇਹਦੀ ਪਾਲਣਾ ਕਰਦੇ ਨੇ, ਕੁਝ ਇਹਦੀ ਗਲਤ ਵਰਤੋਂ ਵੀ ਕਰਦੇ ਨੇ। ਜਿਵੇਂ ਫਿਲਮਾਂ ਵਾਲੇ ਸਾਡੇ ਦੇਸ਼ 'ਚ, ਫਿਲਮ ਇੰਡਸਟਰੀ ਵਾਲੇ, ਬਾਲੀਵੁੱਡ ਵਾਲੇ ਅਕਸਰ ਕਰਦੇ ਰਹੇ ਨੇ, ਹੁਣ ਵੀ ਕਰਦੇ ਹੀ ਰਹਿੰਦੇ ਨੇ। ਇਹਦੀਆਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆਉਂਦੀਆਂ ਨੇ ਅਤੇ ਇਸ ਅੰਦਾਜ਼ ਵਿੱਚ ਕਰਦੇ ਆ ਕਿ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਜਾਂ ਉਸ ਚੀਜ਼ ਦੀ ਸਮਝ ਵੀ ਨਹੀਂ ਆਉਂਦੀ। ਪਰ BBC ਵਾਲਾ ਮਾਮਲਾ ਵੱਖਰਾ ਹੈ। ਇਹ ਕਿਉਂਕਿ ਇੱਕ ਦਸਤਾਵੇਜ਼ੀ ਫਿਲਮ ਆ, ਇੱਕ ਅਜਿਹੀ ਘਟਨਾ ਉੱਪਰ ਆਧਾਰਿਤ ਹੈ ਜਿਹੜੀ ਵਾਕਈ ਹੋਈ ਸੀ ਅਤੇ ਉਹਦਾ ਚਿੱਤਰਨ ਉਹਨਾਂ ਨੇ, ਉਹਦੀ ਪੇਸ਼ਕਾਰੀ ਉਹਨਾਂ ਨੇ ਕੀਤੀ ਹੈ। ਸੋ ਇਹ ਸਿਰਫ ਇੱਕ ਮਿਸਾਲ ਸੀ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਿਹੜਾ ਇੱਕ ਸਿਧਾਂਤ ਆ, ਉਹਦੇ ਵੀ ਵੱਖ-ਵੱਖ ਪਹਿਲੂ ਆ ਅਤੇ ਹਰ ਥਾਂ ਉੱਤੇ ਇਹ ਇੱਕੋ ਸਮਾਨ ਨਜ਼ਰ ਨਹੀਂ ਆਉਂਦਾ। ਇਸ ਬੰਨੇ ਜ਼ਰੂਰ ਇੱਕ ਜ਼ਿੰਮੇਵਾਰੀ ਮੀਡੀਆ ਅਦਾਰਿਆਂ ਦੀ ਵੀ ਬਣਦੀ ਹੈ ਅਤੇ ਸਰਕਾਰਾਂ ਦੀ ਵੀ ਬਣਦੀ ਹੈ ਕਿ ਇਸ ਨੂੰ ਸਹੀ ਨਜ਼ਰੀਏ ਨਾਲ ਵੇਖਿਆ ਜਾਵੇ। ਵਾਪਸ ਜ਼ਿਕਰ ਹੋਣ ਵਾਲੇ ਮਸਲੇ ਵੱਲ ਆਈਏ। BBC ਦੇ ਦਫ਼ਤਰਾਂ ਉੱਪਰ ਜੋ ਛਾਪੇਮਾਰੀ ਹੋਈ ਹੈ ਤਾਂ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਦਿੱਲੀ ਅਤੇ ਮੁੰਬਈ, ਦੋ ਥਾਵਾਂ ਉੱਤੇ ਛਾਪੇਮਾਰੀ ਹੋਣ ਦੀ ਖਬਰ ਸਾਹਮਣੇ ਆਉਂਦੀ ਹੈ ਅਤੇ ਇਨਕਮ ਟੈਕਸ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਇੱਕ ਸਰਵੇ ਦਾ ਹਿੱਸਾ ਹੈ, ਇੱਕ ਖੋਜ ਪੜਤਾਲ ਦਾ ਕੰਮ ਜਿਹੜਾ ਕੀਤਾ ਜਾ ਰਿਹਾ ਵਿਭਾਗ ਵੱਲੋਂ, ਉਹਦਾ ਹਿੱਸਾ ਆ ਇਹ ਸਾਰਾ ਕੁਝ ਜੋ ਹੋਇਆ ਜਾਂ ਕਾਰਵਾਈ ਜਿਹੜੀ ਹੋਈ ਹੈ। ਇਹ ਗੱਲ ਵੀ ਲਗਾਤਾਰ ਕਹੀ ਜਾ ਰਹੀ ਹੈ ਸੰਬੰਧਿਤ ਵਿਭਾਗ ਵੱਲੋਂ। ਅਤੇ ਜਿਹੜੇ ਇਸ ਕੰਪਨੀ ਦੇ ਪ੍ਰਮੁੱਖ ਕਰਤਾ ਧਰਤਾ ਆ ਜਾਂ ਇਸ ਅਦਾਰੇ ਦੇ ਨਾਲ ਜੁੜੇ ਲੋਕ ਨੇ, ਉਹਨਾਂ ਦੇ ਟਿਕਾਣਿਆਂ ਅਤੇ ਹੋਰ ਰਿਹਾਇਸ਼ੀ ਥਾਵਾਂ ਉੱਤੇ ਅਜਿਹਾ ਕੁਝ ਨਹੀਂ ਹੋਇਆ, ਭਾਵ ਉੱਥੇ ਇਹਦਾ ਘੇਰਾ ਨਹੀਂ ਵਧਾਇਆ ਗਿਆ। ਸੋ ਉੱਪਰੋਂ ਇੱਕ ਆਮ ਕਾਰਵਾਈ ਵੀ ਲੱਗਦੀ ਹੈ, ਪਰ ਇਹਦੀਆਂ ਪਰਤਾਂ ਵੀ ਹੋ ਸਕਦੀਆਂ ਨੇ। ਸੋ ਕਿਉਂਕਿ ਇਹ ਚੀਜ਼ ਹਾਲੇ ਹੁਣੇ ਹੋਈ ਹੈ, ਇਹਦੇ ਸੰਬੰਧੀ ਕਾਫੀ ਕੁਝ ਜਿਹੜਾ ਆ ਉਹ ਪਤਾ ਹੋਣਾ, ਬਾਹਰ ਆਉਣਾ ਹਾਲੇ ਬਾਕੀ ਹੈ। ਪਰ ਫਿਰ ਗੱਲ ਉਹੀ ਹੈ, BBC ਦੇ ਦਫ਼ਤਰਾਂ ਉੱਪਰ ਛਾਪੇਮਾਰੀ ਹੋਈ ਹੋਣ ਕਰਕੇ, ਕਿਉਂਕਿ BBC ਇੱਕ ਬਹੁਤ ਵੱਡਾ ਨਾਂ ਆ, ਇੱਕ ਬਹੁਤ ਵੱਡਾ ਬ੍ਰਾਂਡ ਆ, ਸੋ ਇਸ ਕਰਕੇ ਇਸ ਦੀ ਚਰਚਾ ਹੋਣੀ ਸੁਭਾਵਿਕ ਸੀ ਅਤੇ ਚਰਚਾ ਇਸੇ ਕਰਕੇ ਹੋ ਵੀ ਰਹੀ ਹੈ। ਅੰਤਰਰਾਸ਼ਟਰੀ ਮੀਡੀਆ, ਆਲਮੀ ਨਿਗਰਾਨ ਜਿਹੜੇ ਨੇ, ਅਮਰੀਕਾ ਤੱਕ ਜਿਹੜੇ ਕੰਮ ਕਰਦੇ ਨੇ, ਉੱਥੋਂ ਤੱਕ ਵੀ ਜੇ ਗੱਲ ਗਈ ਹੈ, ਬਿਆਨ ਆਏ ਨੇ ਤਾਂ ਇਸੇ ਕਰਕੇ ਆਏ ਨੇ ਕਿਉਂਕਿ ਨਾਂ ਜਿਹੜਾ ਆ BBC ਇੱਕ ਵਿਸ਼ਵ ਪੱਧਰ ਦਾ ਨਾਂ ਆ, ਇਸ ਕਰਕੇ ਇਸ ਮਾਮਲੇ 'ਤੇ ਜ਼ਿਆਦਾ ਚਰਚਾ ਹੋ ਰਹੀ ਹੈ। ਅਤੇ ਚਰਚਾ ਸਿਰਫ ਐਸੇ ਮਾਮਲੇ ਦੀ ਨਹੀਂ ਚੱਲ ਰਹੀ, ਕੌਮਾਂਤਰੀ ਪੱਧਰ ਦੀ ਚਰਚਾ ਇੱਕ ਹੋਰ ਵੀ ਚੱਲ ਰਹੀ ਹੈ। ਹਿੰਡਨਬਰਗ ਰਿਸਰਚ ਜਿਹੜੀ ਅਮਰੀਕਾ ਦੀ, ਜਿਨ੍ਹਾਂ ਨੇ ਬੀਤੇ ਦਿਨੀ ਅਡਾਨੀ ਗਰੁੱਪ ਦੇ ਬਾਰੇ ਇੱਕ ਰਿਪੋਰਟ ਪੇਸ਼ ਕੀਤੀ ਸੀ, ਜਿਸ ਤੋਂ ਬਾਅਦ ਅਡਾਨੀ ਦੇ ਕਾਰੋਬਾਰ ਨੂੰ ਕਈ ਠੇਡੇ ਵੱਜੇ ਨੇ ਅਤੇ ਸ਼ੇਅਰ ਲਗਾਤਾਰ ਹੇਠਾਂ ਡਿੱਗਦੇ ਆ ਰਹੇ ਨੇ ਅਡਾਨੀ ਗਰੁੱਪ ਦੇ। ਉਹਦੇ ਸੰਬੰਧੀ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਇਹ ਆਇਆ ਕਿ ਸਰਕਾਰ ਕੋਲ ਇਸ ਸੰਬੰਧੀ, ਇਸ ਮਾਮਲੇ 'ਤੇ ਲੁਕਾਉਣ ਲਈ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਅਤੇ ਸਰਕਾਰ ਇਸ ਮੁੱਦੇ 'ਤੇ ਪੂਰੀ ਤਰ੍ਹਾਂ ਸਪਸ਼ਟ ਹੈ, ਇਹ ਉਹਨਾਂ ਦਾ ਕਹਿਣਾ ਹੈ। ਬੀਤੇ ਦਿਨ ਇੱਕ ਮੀਡੀਆ ਚੈਨਲ 'ਤੇ ਇੰਟਰਵਿਊ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ। ਦੂਜੇ ਬੰਨੇ ਜਿਹੜੀਆਂ ਸੱਤਾਧਾਰੀ ਧਿਰ ਦੀਆਂ ਵਿਰੋਧੀ ਪਾਰਟੀਆਂ ਨੇ, ਖਾਸ ਕਰ ਕਾਂਗਰਸ, ਉਹਨਾਂ ਵੱਲੋਂ ਵੀ ਠੀਕ ਇਸੇ ਦਿਨ ਆਪਣੇ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੇ ਬੁਲਾਰੇ ਜੈਰਾਮ ਰਮੇਸ਼, ਉਹਨਾਂ ਨੇ ਇਹ ਗੱਲ ਉਠਾਈ ਹੈ ਕਿ ਜੇਕਰ ਸਰਕਾਰ ਦੇ ਕੋਲ ਇਸ ਮੁੱਦੇ ਉੱਤੇ ਲੁਕਾਉਣ ਲਈ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਆ ਤਾਂ ਇਸ ਮੁੱਦੇ ਉੱਤੇ ਜਾਂਚ ਕਿਉਂ ਨਹੀਂ ਕਰਵਾਈ ਜਾਂਦੀ। ਤੁਹਾਨੂੰ ਯਾਦ ਹੋਣਾ ਕਿ ਪਾਰਲੀਮੈਂਟ ਦੇ ਮੌਜੂਦਾ ਬਜਟ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਦੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ, ਉਹ ਲਗਾਤਾਰ ਇਹ ਮੰਗ ਕਰ ਰਹੀਆਂ ਨੇ ਕਿ ਇਸ ਮੁੱਦੇ ਉੱਤੇ ਇੱਕ JPC ਬਣਾਈ ਜਾਵੇ, ਜੁਆਇੰਟ ਪਾਰਲੀਮਾਨੀ ਕਮੇਟੀ, ਦੋਹਾਂ ਸਦਨਾਂ ਦੀ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜੋ ਇਸ ਮੁੱਦੇ 'ਤੇ ਜਾਂਚ ਕਰੇ।
ਜਾਂ ਜਾਂਚ ਦੇ ਕੰਮ ਨੂੰ ਹੁਲਾਰਾ ਦੇਵੇ। ਇਹ ਮੰਗ ਵੀ ਲਗਾਤਾਰ ਉੱਠ ਰਹੀ ਹੈ। ਹੁਣ ਵੀ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਕਿ ਇਸ ਮੁੱਦੇ ਉੱਤੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ। ਇਹ ਮੁੱਦਾ ਵੀ ਕੁਝ BBC ਵਾਂਗ ਪੂਰੀ ਦੁਨੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣਿਆ, ਕਿਉਂਕਿ ਅਡਾਨੀ ਗਰੁੱਪ ਦਾ ਕਾਰੋਬਾਰ ਵੀ ਪੂਰੀ ਦੁਨੀਆ 'ਚ ਫੈਲਿਆ ਹੈ ਤੇ ਹਿੰਡਨਬਰਗ ਦੀ ਜੋ ਰਿਪੋਰਟ ਆਈ ਹੈ ਉਹਦੀ ਵੀ ਚਰਚਾ ਪੂਰੀ ਦੁਨੀਆ 'ਚ ਹੁੰਦੀ ਹੈ, ਪੜ੍ਹੀ ਜਾਂਦੀ ਹੈ, ਸੁਣੀ ਜਾਂਦੀ ਹੈ, ਵੇਖੀ ਜਾਂਦੀ ਹੈ। ਇਸ ਕਰਕੇ ਇਹ ਵੀ ਮੁੱਦਾ ਜਿਹੜਾ ਆ ਕੁਝ ਉਸੇ ਲੀਹ ਉੱਤੇ ਚੱਲਦੇ ਆ, ਉਸੇ ਤਰ੍ਹਾਂ ਦੀ ਚਰਚਾ ਅਤੇ ਵਿਵਾਦ ਦਾ ਕਾਰਨ ਪਿਛਲੇ ਦਿਨਾਂ ਦੌਰਾਨ ਬਣਦਾ ਰਿਹਾ। ਇਹ ਦੋ ਮੁੱਦੇ ਨੇ, ਕਾਫੀ ਚਰਚਿਤ ਨੇ ਦੇਸ਼ ਵਿੱਚ ਵੀ, ਕੌਮਾਂਤਰੀ ਪੱਧਰ ਉੱਤੇ ਵੀ, ਅਤੇ ਇਹਦੇ ਵਿੱਚ ਕਾਫੀ ਕੁਝ ਆਉਣ ਵਾਲੇ ਦਿਨਾਂ ਦੌਰਾਨ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਹ ਸੀ ਅੱਜ ਦੀ ਗੱਲਬਾਤ ਇਹਨਾਂ ਦੋ ਅਹਿਮ ਮੁੱਦਿਆਂ ਬਾਰੇ, ਇਹਨਾਂ ਨਾਲ ਜੁੜਦੇ ਵੱਖ-ਵੱਖ ਪਹਿਲੂਆਂ ਬਾਰੇ, ਵੱਖ-ਵੱਖ ਨੁਕਤਿਆਂ ਬਾਰੇ। ਆਸ ਕਰਦੇ ਹਾਂ ਕਿ ਅੱਜ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਤੁਹਾਡੇ ਲਈ ਲਾਹੇਵੰਦੀ ਸਾਬਤ ਹੋਵੇਗੀ। ਕੁਝ ਨਾ ਕੁਝ ਨਵੇਂ ਤੱਥ ਅਤੇ ਨਵੇਂ ਨਜ਼ਰੀਏ ਤੋਂ ਤੁਹਾਨੂੰ ਇਹਨਾਂ ਘਟਨਾਕ੍ਰਮ ਨੂੰ ਸਮਝਣ ਵਿੱਚ ਕੁਝ ਮਦਦ ਮਿਲੇਗੀ। ਇਸੇ ਤਰ੍ਹਾਂ ਦ ਪੰਜਾਬ ਟਾਕਸ ਚੈਨਲ ਉੱਤੇ ਹੋਰ ਵੀ ਤਾਜ਼ਾ ਤਰੀਨ ਪ੍ਰੋਗਰਾਮ, ਅਪਡੇਟਸ ਅਤੇ ਮਿਆਰੀ ਵਿਸ਼ਲੇਸ਼ਣ ਅਤੇ ਹੋਰ ਵੀ ਬਹੁਤ ਵਧੀਆ ਪ੍ਰੋਗਰਾਮ ਲਗਾਤਾਰ ਪੇਸ਼ ਕੀਤੇ ਜਾਣਗੇ। ਸੋ ਤੁਸੀਂ ਜ਼ਰੂਰ ਵੇਖਦੇ ਰਹੋ ਦ ਪੰਜਾਬ ਟਾਕਸ ਨੂੰ। ਦੇਸ਼ਾਂ ਵਿਦੇਸ਼ਾਂ ਵਿੱਚ IPTV ਜ਼ਰੀਏ ਵੀ ਤੁਸੀਂ ਵੇਖਦੇ ਹੋ ਅਤੇ ਨਾਲ ਦੀ ਨਾਲ ਦ ਪੰਜਾਬ ਟਾਕਸ ਦੇ ਫੇਸਬੁੱਕ ਪੇਜ ਉੱਤੇ ਵੀ ਲਗਾਤਾਰ ਤੁਹਾਡੇ ਲਈ ਇਸੇ ਤਰ੍ਹਾਂ ਤਾਜ਼ਾ ਤਰੀਨ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹ ਸਾਰੇ ਪ੍ਰੋਗਰਾਮ ਨਾਲੋਂ ਨਾਲ ਹਾਸਲ ਕਰਨ ਲਈ ਤੁਸੀਂ ਦ ਪੰਜਾਬ ਟਾਕਸ ਦੇ ਇਸ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰ ਲਵੋ ਤਾਂ ਕਿ ਹਰ ਜਾਣਕਾਰੀ ਨਾਲੋਂ ਨਾਲ ਤੁਹਾਡੇ ਤੱਕ ਪਹੁੰਚ ਸਕੇ। ਇਸੇ ਤਰ੍ਹਾਂ ਦ ਪੰਜਾਬ ਟਾਕਸ ਦੇ YouTube ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਵੋ, ਜਿੱਥੇ ਇਸੇ ਤਰ੍ਹਾਂ ਪ੍ਰੋਗਰਾਮਸ ਤੁਹਾਡੇ ਲਈ ਲਗਾਤਾਰ ਪੇਸ਼ ਕੀਤੇ ਜਾਂਦੇ ਨੇ। ਅਤੇ ਇੱਕ ਚੀਜ਼ ਹੋਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ ਵੀ ਖਾਸ ਤੌਰ 'ਤੇ ਬਣਾ ਕੇ ਤੁਹਾਡੇ ਲਈ ਮੁਹੱਈਆ ਕਰਵਾਈ ਗਈ ਹੈ। ਇਸ ਐਪਲੀਕੇਸ਼ਨ ਨੂੰ ਤੁਸੀਂ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਆਪੋ ਆਪਣੇ ਐਂਡਰੋਇਡ ਡਿਵਾਈਸ ਲਈ ਉਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਦ ਪੰਜਾਬ ਟਾਕਸ ਦੇ ਮੋਬਾਈਲ ਐਪ ਜ਼ਰੀਏ ਤੁਸੀਂ TV ਚੈਨਲ ਅਤੇ ਰੇਡੀਓ ਚੈਨਲ ਦੋਹਾਂ ਦੇ ਪ੍ਰੋਗਰਾਮਾਂ ਦਾ ਆਨੰਦ ਇੱਕੋ ਐਪ ਜ਼ਰੀਏ ਮਾਣ ਸਕਦੇ ਹੋ। ਸੋ ਜ਼ਰੂਰ ਡਾਊਨਲੋਡ ਕਰੋ ਦ ਪੰਜਾਬ ਟਾਕਸ ਦੀ ਮੋਬਾਈਲ ਐਪਲੀਕੇਸ਼ਨ। ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦਾ ਵੇਲਾ ਇਸ ਵੇਲੇ ਮੁਕੰਮਲ ਹੋ ਰਿਹਾ। ਇਸੇ ਤਰ੍ਹਾਂ ਕੋਈ ਹੋਰ ਤਾਜ਼ਾ ਵਿਸ਼ਾ, ਤਾਜ਼ਾ ਜਾਣਕਾਰੀ ਲੈ ਕੇ ਇਸੇ ਪ੍ਰੋਗਰਾਮ ਜ਼ਰੀਏ ਇਸੇ ਚੈਨਲ ਉੱਤੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ ਤੇ ਵੇਖਦੇ ਰਹੋ ਦ ਪੰਜਾਬ ਟਾਕਸ। ਬਹੁਤ ਬਹੁਤ ਧੰਨਵਾਦ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ੍ਹ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ੍ਹ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਹੀ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਹਾਂ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ, ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ
फ़ोन कर लो 2044211300 ਤੇ ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋਬੋਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਹੈ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ। ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋਬੋਡੀ 64 ਸੈਲਟਰ ਸਟਰੀਟ, ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300।